ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਜੇ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਚੱਲਦੇ ਹਾਂ ਅੱਜ ਦੀਆਂ ਆਪਣੀਆਂ ਨਿਊਜ਼ ਦੇ ਉੱਪਰ। ਜਿਵੇਂ ਕਿ ਤੁਹਾਨੂੰ ਇੱਕ ਛੋਟੀ ਜਿਹੀ ਸਵੇਰੇ ਫਲੈਸ਼ ਨਿਊਜ਼ ਦੇ ਵਿੱਚ ਇੱਕ ਜਾਣਕਾਰੀ ਦਿੱਤੀ ਸੀ, ਜਿਹਦੇ ਵਿੱਚ ਇਹ ਦੱਸਿਆ ਸੀ ਕਿ ਜਿਹੜੇ ਲੋਕ ਯੂਰਪ ਦਾ ਸ਼ੈਂਗਨ ਵੀਜ਼ਾ ਲੈਣਾ ਚਾਹੁੰਦੇ ਹਨ, ਖਾਸ ਕਰ ਆਪਾਂ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਇੰਡੀਆ ਦੇ ਵਿੱਚ ਇਸ ਟਾਈਮ ਰਹਿ ਰਹੇ ਹਨ। ਕਿਉਂਕਿ ਯੂਰਪੀਅਨ ਯੂਨੀਅਨ ਕਮਿਸ਼ਨ ਜਿਹੜੀ ਹਾਂਜੀ ਇਹਨਾਂ ਨੇ ਜਦੋਂ ਇਸ ਚੀਜ਼ ਉੱਤੇ ਸਟੱਡੀ ਕੀਤੀ ਤਾਂ ਦੇਖਿਆ ਕਿ ਕਾਫੀ ਲੋਕ ਜਿਹੜੇ ਹਨ ਯੂਰਪ ਦੇ ਵਿੱਚ ਇੰਡੀਆ ਤੋਂ ਇੱਥੇ ਵੱਡੀ ਮਾਤਰਾ ਦੇ ਵਿੱਚ ਆਉਂਦੇ ਹਨ। ਜਿਹੜੀ ਗਿਣਤੀ ਹੈ ਜੀ ਇੰਡੀਅਨ ਟੂਰਿਸਟ ਦੀ ਤਕਰੀਬਨ ਲੱਖਾਂ ਦੇ ਵਿੱਚ ਜਾ ਰਹੀ ਹੈ ਅਤੇ ਯੂਰਪੀਅਨ ਯੂਨੀਅਨ ਵੀ ਇਸ ਚੀਜ਼ ਨੂੰ ਹੁਣ ਮਹਿਸੂਸ ਕਰ ਰਹੀ ਹੈ ਕਿ ਜਿਹੜਾ ਟੂਰਿਸਟ ਹੈ ਇੰਡੀਆ ਤੋਂ ਕਾਫੀ ਇੱਥੇ ਆ ਸਕਦਾ ਅਤੇ ਇਹਦੇ ਨਾਲ ਜਿਹੜੀ ਇਹਨਾਂ ਦੀ ਕਮਾਈ ਹੋਰ ਵਧੇਗੀ। ਬਾਕੀ ਇਹਦੇ ਵਿੱਚ ਜਿਹੜੀ ਇੱਕ ਜ਼ਿਆਦਾ ਮੇਨ ਚੀਜ਼ ਸੀ ਜਿਹੜੀ ਕਿ ਨੁਕਸਾਨਦਾਇਕ ਸੀ ਉਹ ਸੀ ਜਿੱਦਾਂ ਕਿ ਵੀਜ਼ਾ ਲੈਣ ਦੀ ਜਿਹੜੀ ਇਹ ਪ੍ਰੋਸੈਸ ਹੈ ਇਹ ਬਹੁਤ ਹੀ ਜਿੱਦਾਂ ਕੰਪਲੀਕੇਟਡ ਹੈ, ਇੱਕ ਥਕਾਵਟ ਭਰੀ ਪੂਰੀ ਪ੍ਰੋਸੈਸ ਹੈ। ਇਸੇ ਕਰਕੇ ਯੂਰਪੀਅਨ ਯੂਨੀਅਨ ਨੇ ਜਿਹੜਾ ਫੈਸਲਾ ਕੀਤਾ ਉਹਨਾਂ ਨੇ ਇੱਕ ਪ੍ਰਪੋਜ਼ਲ ਨਹੀਂ ਰੱਖਿਆ, ਇੱਕ ਤਰ੍ਹਾਂ ਦਾ ਫੈਸਲਾ ਹੀ ਕਰ ਲਿਆ ਹੈ ਅਤੇ ਕੰਮ ਇਸ ਦੇ ਉੱਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕੰਮ ਦੇ ਵਿੱਚ ਉਹਨਾਂ ਨੇ ਦੱਸਿਆ ਕਿ 2026 ਤੱਕ ਇਹ ਜਿਹੜਾ ਕੰਮ ਹੈ ਜੀ ਮੁਕੰਮਲ ਕਰ ਲਿਆ ਜਾਵੇਗਾ। ਫਿਰ ਇਸ ਦੇ ਵਿੱਚ ਇਸ ਤਰ੍ਹਾਂ ਹੋਏਗਾ ਕਿ ਤੀਸਰੀ ਦੁਨੀਆ ਦੇ ਜਿੰਨੇ ਵੀ ਦੇਸ਼, ਜਿਹਦੇ ਵਿੱਚ ਆਪਣਾ ਇੰਡੀਆ ਵੀ ਆਉਂਦਾ ਹੈ, ਪਾਕਿਸਤਾਨ ਵੀ ਇਸ ਦੇ ਵਿੱਚ, ਬੰਗਲਾਦੇਸ਼, ਸਾਰੇ ਦੇਸ਼ ਆਉਂਦੇ ਹਨ। ਮੇਨ ਜਿਹੜੀ ਗੱਲ ਉਹਨਾਂ ਨੇ ਇੰਡੀਆ ਦੇ ਵਾਸਤੇ ਕੀਤੀ ਹੈ। ਇਹਦੇ ਵਿੱਚ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਆਪਣੇ ਫ਼ੋਨ ਤੋਂ ਔਨਲਾਈਨ ਜਾਂ ਆਪਣੇ ਕੰਪਿਊਟਰ ਤੋਂ ਤੁਸੀਂ ਜਿਹੜਾ ਇਟਲੀ ਦਾ, ਫਰਾਂਸ ਦਾ, ਜਰਮਨ ਦਾ ਜਾਂ ਕਿਸੇ ਵੀ ਯੂਰਪੀਅਨ ਕੰਟਰੀਜ਼ ਜਿੱਦਾਂ ਇਹਦੇ ਵਿੱਚ 25-26 ਦੇਸ਼ ਜਿਹੜੇ ਟੋਟਲ ਸ਼ੈਂਗਨ ਦੇ ਅਧੀਨ ਆਉਂਦੇ ਹਨ, ਤੁਸੀਂ ਇਹਨਾਂ ਦੇ ਵੀਜ਼ੇ ਦੇ ਵਾਸਤੇ ਅਪਲਾਈ ਕਰ ਸਕਦੇ ਹੋ। ਜਿਹੜੀ ਫੀਸ ਹੈ ਜੋ ਵੀ ਤੁਸੀਂ ਔਨਲਾਈਨ ਹੀ ਪੇ ਕਰਨੀ ਹੈ। ਇਸ ਤੋਂ ਬਾਅਦ ਜਿਹੜੇ ਫਿੰਗਰਪ੍ਰਿੰਟ ਵਗੈਰਾ ਹੋਣਗੇ ਉਹਦੇ ਵਾਸਤੇ ਤੁਹਾਨੂੰ ਕਿਤੇ ਨਾ ਕਿਤੇ ਜਾਣਾ ਪਵੇਗਾ। ਉਹ ਹੋ ਸਕਦਾ ਕਿ ਅੰਬੈਸੀ ਜਿਹੜੀ ਹੈ ਜੀ ਹਰ ਸ਼ਹਿਰ ਦੇ ਵਿੱਚ ਇਹੋ ਜਿਹੀ ਸੁਵਿਧਾ ਪ੍ਰਦਾਨ ਕਰ ਦੇਵੇ ਜਾਂ ਕੋਈ ਕਿਸੇ ਸਟੇਟ ਦੇ ਕੈਪੀਟਲ ਦੇ ਵਿੱਚ ਇਹੋ ਜਿਹੀ ਸੁਵਿਧਾ ਪ੍ਰਦਾਨ ਕਰ ਦਿੱਤੀ ਜਾਵੇ। ਬਾਕੀ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਕਿ 2026 ਤੋਂ ਜਿੱਦਾਂ ਕਿ ਇੱਕ ਹੋਰ ਵੀ ਨਵਾਂ ਨਿਯਮ ਜਿਹੜਾ ਚੇਂਜ ਹੋ ਜਾਵੇਗਾ। ਸ਼ੈਂਗਨ ਵੀਜ਼ਾ ਵਿੱਚ ਤਾਂ ਤਬਦੀਲੀ ਆ ਜਾਵੇਗੀ, ਜਿਸ ਦੇ ਬਾਰੇ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ। ਨਵਾਂ ਨਿਯਮ ਜਿਹੜਾ ਇੱਕ ਹੋਰ ਹੈ ਜੀ ਵੀਜ਼ੇ ਦੇ ਉੱਤੇ ਹੈ। ਬਾਕੀ ਜਿਹੜੇ ਲੋਕਾਂ ਨੇ ਅੰਬੈਸੀ ਦੇ ਵਿੱਚੋਂ ਵੀਜ਼ੇ ਵਗੈਰਾ ਲਗਵਾਏ ਹਨ, ਜਾਂ ਤੁਸੀਂ ਇਟਲੀ ਦਾ ਜਾਂ ਫਰਾਂਸ ਦਾ ਜਾਂ ਕੋਈ ਜਰਮਨ, ਕੈਨੇਡਾ, ਕਿਸੇ ਵੀ ਦੇਸ਼ ਦਾ ਅਗਰ ਤੁਸੀਂ ਵੀਜ਼ਾ ਲਿਆ ਹੈ, ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡਾ ਜਿਹੜਾ ਪਾਸਪੋਰਟ ਹੁੰਦਾ ਅੰਬੈਸੀ ਦੇ ਵਿੱਚ ਜਮ੍ਹਾਂ, ਉਹਦੇ ਉੱਤੇ ਅੰਬੈਸੀ ਜਿਹੜੀ ਹੁੰਦੀ ਹੈ ਇੱਕ ਤਰ੍ਹਾਂ ਦਾ ਸਟਿੱਕਰ ਲਾ ਕੇ ਤੁਹਾਨੂੰ ਘਰ ਪਾਸਪੋਰਟ ਭੇਜ ਦਿੰਦੀ ਹੈ। ਉਹ ਜਿਹੜਾ ਸਟਿੱਕਰ ਹੁੰਦਾ ਹੈ ਜੀ ਇੱਕ ਪੇਜ ਦੇ ਉੱਤੇ ਚਿਪਕਾਇਆ ਜਾਂਦਾ ਹੈ ਅਤੇ ਇਹੀ ਜਿਹੜਾ ਵੀਜ਼ਾ ਹੁੰਦਾ ਹੈ। ਵੈਸੇ ਤਾਂ ਜਿਹੜਾ ਸਟਿੱਕਰ ਹੁੰਦਾ ਜੀ ਕਾਫੀ ਸਿਕਿਉਰ ਹੁੰਦਾ, ਇਹਦੇ ਵਿੱਚ ਕਾਫੀ ਹੋਲੋਗ੍ਰਾਮ ਵਗੈਰਾ ਵੀ ਹੁੰਦੇ ਹਨ, ਜਿਸ ਤਰ੍ਹਾਂ ਇੱਕ ਬੈਂਕ ਨੋਟ ਦੇ ਉੱਪਰ ਵੀ ਹੁੰਦਾ ਹੈ। ਪਰੰਤੂ ਹੁਣ ਜਿਹੜੀ ਇੱਕ ਯੂਰਪੀਅਨ ਯੂਨੀਅਨ ਕਮਿਸ਼ਨ ਦੇ ਵੱਲੋਂ ਇੱਕ ਨਵੀਂ ਚੀਜ਼ ਜਿਹੜੀ ਕਿ ਯੂਰਪ ਦੇ ਵਾਸਤੇ ਸ਼ੁਰੂ ਕੀਤੀ ਜਾਣੀ ਹੈ, ਇਹਦੇ ਵਿੱਚ ਜਿਹੜਾ ਸਟਿੱਕਰ ਸਿਸਟਮ ਹੈ ਜੀ ਇਹਨਾਂ ਨੇ ਸਟਿੱਕਰ ਸਿਸਟਮ ਜਿਹੜਾ ਖਤਮ ਕਰ ਦੇਣਾ ਹੈ। ਇਸ ਪਾਸਪੋਰਟ ਦੇ ਵਿੱਚ ਕੀ ਕੀਤਾ ਜਾਵੇਗਾ ਕਿ ਜਿਹੜਾ ਸਟਿੱਕਰ ਦੀ ਜਗ੍ਹਾ ਦੇ ਉੱਤੇ ਤੁਹਾਡੀ ਇੱਕ ਨਵੀਂ ਚੀਜ਼ ਜਿਹੜੀ ਪਾਸਪੋਰਟ ਦੇ ਉੱਤੇ ਲਾਈ ਜਾਵੇਗੀ। ਤੁਸੀਂ ਜਦੋਂ ਕਈ ਵਾਰ ਮਾਰਕੀਟ ਦੇ ਵਿੱਚ ਜਾਂਦੇ ਹੋ ਅਤੇ ਕਈ ਵਾਰ ਤੁਸੀਂ ਦੁੱਧ ਦਾ ਕੋਈ ਪੈਕਟ ਜਾਂ ਕੋਈ ਵੀ ਚੀਜ਼, ਪਾਣੀ ਦੀ ਅਗਰ ਇੱਕ ਬੋਤਲ ਜਾਂ ਕੋਈ ਵੀ ਚੀਜ਼ ਮੰਨ ਲਓ ਸਪੋਜ਼ ਕਰੋ ਕਿ ਤੁਸੀਂ ਮਾਰਕੀਟ ਦੇ ਵਿੱਚੋਂ ਖਰੀਦਦੇ ਹੋ, ਉੱਥੇ ਜਾ ਕੇ ਤੁਸੀਂ ਦੇਖਦੇ ਹੋ ਕਿ ਜੋ ਤੁਸੀਂ ਕਾਸਾ ਦੇ ਉੱਪਰ ਜਾਂਦੇ ਹੋ ਜਿੱਥੇ ਕਿ ਆਪਣੀ ਪੇਮੈਂਟ ਵਗੈਰਾ ਕਰਦੇ ਹਾਂ ਆਪਾਂ, ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਇੱਕ ਬਾਰਕੋਡ ਸਕੈਨਰ ਹੁੰਦਾ ਉਹਨਾਂ ਦੇ ਕੋਲ, ਉਸ ਜਗ੍ਹਾ ਦੇ ਉੱਤੇ ਉਹ ਬਾਰਕੋਡ ਸਕੈਨਰ ਤੁਹਾਡੇ ਉਸ ਬਾਰਕੋਡ ਦੇ ਉੱਤੇ ਮਾਰਦੇ ਹਨ ਅਤੇ ਉਸ ਤੋਂ ਬਾਅਦ ਜਿਹੜਾ ਉਸਦਾ ਪ੍ਰਾਈਸ ਲਿਸਟ ਉਸ ਮਸ਼ੀਨ ਦੇ ਵਿੱਚ ਆ ਜਾਂਦਾ ਹੈ। ਬਸ ਜਿਹੜਾ ਨਵਾਂ ਵੀਜ਼ਾ ਹੈ ਜੀ ਬਿਲਕੁਲ ਇਸੇ ਤਕਨੀਕ ਦੇ ਉੱਤੇ ਹੀ ਬਣਾਇਆ ਜਾ ਰਿਹਾ ਹੈ, ਬਾਰਕੋਡ 2D ਵੀਜ਼ਾ। ਇਹਦੇ ਵਿੱਚ ਪਾਸਪੋਰਟ ਦੇ ਉੱਤੇ ਕੋਈ ਸਟਿੱਕਰ ਨਹੀਂ ਲੱਗੇਗਾ, ਸਿਰਫ ਇੱਕ ਬਾਰਕੋਡ ਜਿਹੜਾ ਹੈ ਉਹੀ ਲੱਗੇਗਾ, ਉਹ ਵੀ 2D ਦੀ ਫੋਰਮ ਦੇ ਵਿੱਚ ਹੋਏਗਾ, ਨਾ ਕਿ 3D। ਫਿਰ ਤੁਸੀਂ ਜਿਹੜਾ ਇਸ ਨੂੰ ਨਹੀਂ ਪੜ੍ਹ ਸਕਦੇ ਕਿ ਇਸ ਦੇ ਉੱਤੇ ਕੀ ਗੱਲਾਂ ਲਿਖੀਆਂ ਹੋਈਆਂ ਹਨ। ਇਸ ਨੂੰ ਸਿਰਫ ਜਿਹੜੀ ਮਸ਼ੀਨ ਦੇ ਨਾਲ ਸਕੈਨ ਕੀਤਾ ਜਾਵੇਗਾ ਉਹ ਮਸ਼ੀਨ ਹੀ ਇਸ ਨੂੰ ਸਟੱਡੀ ਕਰ ਸਕਦੀ ਹੈ। ਹੁਣ ਗੱਲ ਕਰ ਲਈਏ ਈਜ਼ੇ ਦੇ ਬਾਰੇ। ਈਜ਼ੇ ਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਈਜ਼ੇ ਇਸ ਟਾਈਮ ਜਿਹੜਾ ਫਿਲਹਾਲ ਇਸ ਟਾਈਮ ਚੱਲ ਰਿਹਾ ਹੈ ਪੂਰੀ ਇਟਲੀ ਦੇ ਵਿੱਚ, ਇਹ ਕਾਫੀ ਲੰਬੇ ਸਮੇਂ ਤੋਂ, ਪਿਛਲੇ ਕਈ ਸਾਲਾਂ ਤੋਂ ਜਿਹੜੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਈਜ਼ੇ ਉੱਤੇ ਖਬਰ ਦੱਸਣ ਤੋਂ ਤੁਹਾਨੂੰ ਇਹ ਦੱਸ ਦਈਏ ਕਿ ਈਜ਼ੇ ਇੱਕ ਇਹੋ ਜਿਹਾ ਇੰਡੀਕੇਸ਼ਨ ਹੁੰਦੀ ਹੈ ਜਿਹੜੀ ਕਿ ਤੁਹਾਡੀ ਇਕਨੋਮਿਕ ਸਥਿਤੀ, ਤੁਹਾਡੀ ਜਿਹੜੀ ਆਰਥਿਕ ਸਥਿਤੀ ਇਟਲੀ ਦੇ ਵਿੱਚ ਅਗਰ ਤੁਸੀਂ ਰਹਿ ਰਹੇ ਹੋ ਤਾਂ ਕਿਹੋ ਜਿਹੀ ਸਥਿਤੀ ਹੈ ਉਸ ਦੇ ਬਾਰੇ ਸਰਕਾਰ ਨੂੰ ਦੱਸਦੀ ਹੈ। ਹੁਣ ਸਰਕਾਰ ਇੱਕ ਜਿਹੜੇ ਵਕੀਲਾਂ ਦਾ ਇੱਕ ਪੈਨਲ ਹੁੰਦਾ ਹੈ, ਜਿਹੜੇ ਲੋਕ ਇਹ ਈਜ਼ੇ ਵਗੈਰਾ ਤਿਆਰ ਕਰਦੇ ਹਨ, ਉਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਬੰਦੇ ਹਨ ਉਹਨਾਂ ਦੇ ਥਰੂ ਇੱਕ ਪੁਆਇੰਟ ਲੱਭਦੀ ਹੈ, ਜਿੱਦਾਂ ਕਿ ਉਹ ਇੱਕ ਚੀਫਰਾ ਸਰਕਾਰ ਨੂੰ ਦਿੰਦੇ ਹਨ ਕਿ 5000, 6000, 7000, 8000, 9, ਇਸ ਤਰ੍ਹਾਂ ਤੁਹਾਡੀ ਆਮਦਨ ਜੋ ਵੀ ਤੁਹਾਡੇ ਕੋਲ ਬੈਂਕ ਬੈਲੈਂਸ ਵਗੈਰਾ ਸਾਰਾ ਕੁਝ ਕੱਢ ਕੇ ਤੁਸੀਂ ਜੋ ਵੀ ਖਾਤਿਆਂ ਦੀ ਡਿਟੇਲ, ਆਪਣੀ ਪੂਰੀ ਡਿਟੇਲ ਦੱਸਣੀ ਹੁੰਦੀ ਹੈ ਇਹਦੇ ਵਿੱਚ, ਅਤੇ ਸਾਰਾ ਕੁਝ ਕੱਢ ਕੇ ਜਿਹੜਾ ਇੱਕ ਚੀਫਰਾ ਕੱਢਿਆ ਜਾਂਦਾ, ਇੱਕ ਜਿਹੜਾ ਰਕਮ ਕੱਢੀ ਜਾਂਦੀ ਹੈ, ਉਹ ਜਿਹੜੀ ਰਕਮ ਹੁੰਦੀ ਹੈ ਜੀ ਉਹੀ ਤੁਹਾਡੀ ਈਜ਼ੇ ਬਣਦੀ ਹੈ। ਫਿਰ ਅੱਗੇ ਫਾਰਮੂਲਾ ਇਹੀ ਚੱਲਦਾ ਸੀ ਕਿ ਸਰਕਾਰ ਉਸ ਰਕਮ ਦੇ ਇੰਡੀਕੇਟਰ ਦੇ ਉੱਪਰ ਹੀ ਤੁਹਾਨੂੰ ਸਹੂਲਤਾਂ ਪ੍ਰਦਾਨ ਕਰਦੀ ਸੀ। ਇੱਥੇ ਇਹ ਨਹੀਂ ਦੇਖਿਆ ਜਾਂਦਾ ਸੀ ਕਿ ਫਲਾਨਾ ਬੰਦਾ ਕਿਹੜੀ ਜਾਤ ਦਾ ਹੈ, ਕਿਹੜੇ ਧਰਮ ਦਾ ਹੈ। ਇਟਲੀ ਦੇ ਵਿੱਚ ਸਿਰਫ ਇਸ ਚੀਜ਼ ਨੂੰ ਦੇਖਿਆ ਜਾਂਦਾ ਹੈ ਕਿ ਤੁਹਾਡਾ ਜਿਹੜਾ ਈਜ਼ੇ ਕਿੰਨਾ ਹੈ। ਈਜ਼ੇ ਅਗਰ ਘੱਟ ਹੋਏਗਾ ਤੁਹਾਨੂੰ ਗਰੀਬ ਮੰਨਿਆ ਜਾਏਗਾ, ਈਜ਼ੇ ਜ਼ਿਆਦਾ ਹੋਏਗਾ ਤਾਂ ਤੁਹਾਨੂੰ ਅਮੀਰ ਮੰਨਿਆ ਜਾਏਗਾ। ਅਗਰ ਈਜ਼ੇ ਨੋਰਮਲ ਹੈ ਤਾਂ ਤੁਸੀਂ ਮੀਡੀਅਮ ਹੋ।
ਬਸ ਇਸੇ ਈਜ਼ੇ ਨੂੰ ਬੇਸ ਮੰਨ ਕੇ ਸਰਕਾਰ ਨੇ ਇੱਥੇ ਕੁਝ ਸਹੂਲਤਾਂ ਵਗੈਰਾ ਵੀ ਰੱਖੀਆਂ ਨੇ ਕਿ ਕਿਹੜੇ ਈਜ਼ੇ ਦੇ ਉੱਤੇ ਕਿੰਨੀਆਂ ਸਹੂਲਤਾਂ ਮਿਲ ਜਾਂਦੀਆਂ ਹਨ। ਤਕਰੀਬਨ ਜਿਹੜਾ 15,000 ਯੂਰੋ ਜਾਂ ਇਸ ਤੋਂ ਘੱਟ ਈਜ਼ੇ ਹੈ, ਇਹ ਗਰੀਬ ਲੋਕਾਂ ਦੇ ਵਾਸਤੇ ਰੱਖਿਆ ਗਿਆ ਹੈ। ਇਸ ਕੈਟਾਗਰੀ ਦੇ ਵਿੱਚ ਜਿੱਦਾਂ ਕਿ ਸਰਕਾਰ ਸਹੂਲਤਾਂ ਵੀ ਦਿੰਦੀ ਹੈ। ਅਗਰ ਤੁਹਾਡੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਹਨ ਤਾਂ ਉਹਨਾਂ ਦੇ ਵਾਸਤੇ 2 ਸਕੂਲਾਂ ਵਗੈਰਾ ਤੁਸੀਂ ਕਰ ਸਕਦੇ ਹੋ ਜੇ ਈਜ਼ੇ ਘੱਟ ਹੋਵੇਗਾ, ਜਾਂ ਫਿਰ ਹੋਰ ਕਈ ਤਰ੍ਹਾਂ ਦੇ ਜਿਹੜੇ ਬੋਨਸ ਵਗੈਰਾ ਤੁਸੀਂ ਲੈ ਸਕਦੇ ਹੋ। ਵੈਸੇ ਤਾਂ ਹੁਣ ਜਿਹੜੇ ਬੋਨਸ ਕਾਫੀ ਹੱਦ ਤੱਕ ਬੰਦ ਹੋ ਚੁੱਕੇ ਹਨ ਅਤੇ ਬੋਨਸ ਸਿਰਫ ਨਾਮ ਦੇ ਬੋਨਸ ਰਹਿ ਚੁੱਕੇ ਹਨ। ਜਿਹੜਾ ਇਸ ਨੂੰ ਲੈਣਾ ਬੋਨਸ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਕੋਈ 1000 ਦੇ ਪਿੱਛੇ ਕੋਈ 1-2 ਬੰਦੇ ਹੀ ਜਿਹੜੇ ਬੋਨਸ ਲੈ ਸਕਦੇ ਹਨ। ਜਿਨ੍ਹਾਂ ਦੇ ਕੋਲ ਬਕਾਇਦਾ ਬਿਲਕੁਲ ਜਿਹੜਾ ਕੰਮਕਾਰ ਨਹੀਂ ਹੁੰਦਾ, ਉਹੀ ਬੰਦਾ ਬੋਨਸ ਤਕਰੀਬਨ ਲੈ ਸਕਦਾ ਹੈ। ਬਾਕੀ ਈਜ਼ੇ ਦੇ ਵਿੱਚ ਫਿਲਹਾਲ ਜਿਹੜਾ ਹੈ ਜੀ, ਕੋਈ ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਿ ਕੋਈ ਨਵਾਂ ਕਾਨੂੰਨ ਬਣ ਚੁੱਕਾ ਹੈ। ਜਿਹੜੀ ਬਿਲਕੁਲ ਹੀ ਇਹੋ ਜਿਹੀ ਗੱਲ ਨਹੀਂ ਹੈ, ਕੋਈ ਨਵਾਂ ਕਾਨੂੰਨ ਨਹੀਂ ਬਣਿਆ ਹੈ। ਸਿਰਫ ਇੱਕ ਮੰਤਰੀ ਨੇ, ਜਿੱਦਾਂ ਕਿ ਆਪਣੇ ਇੰਡੀਆ ਦੇ ਵਿੱਚ ਹੁੰਦਾ ਹੈ ਕਿ ਕਈ ਵਾਰ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਬੰਦੇ ਹੁੰਦੇ ਹਨ, ਉਹ ਪਾਰਲੀਮੈਂਟ ਦੇ ਵਿੱਚ ਆ ਕੇ ਕੋਈ ਨਾ ਕੋਈ ਬਿਆਨ ਦਿੰਦੇ ਹਨ, ਸਰਕਾਰ ਦੇ ਕੋਲੋਂ ਕੁਝ ਮੰਗਾਂ ਰੱਖਦੇ ਹਨ। ਬਸ ਇਸੇ ਤਰ੍ਹਾਂ ਦੀ ਇੱਕ ਜਿਹੜੀ ਮੰਗ ਹੈ ਜੀ, ਉਹ ਸਰਕਾਰ ਦੇ ਕੋਲੋਂ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਰੱਖੀ ਹੈ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਕੋਈ ਕਾਨੂੰਨ ਬਣ ਚੁੱਕਾ ਹੈ। ਉਹਨਾਂ ਨੇ ਆਪਣੇ ਤੌਰ 'ਤੇ ਕਿਹਾ ਹੈ ਕਿ ਜਿਹੜਾ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਈਜ਼ੇ ਨੂੰ। ਇਹਦੀ ਜਗ੍ਹਾ ਦੇ ਉੱਤੇ ਜਿਹੜਾ ਸਿਸਟਮ ਹੈ ਜੀ, ਇਸ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ। ਨਵੇਂ ਜਿਹੜੇ ਫਾਰਮੂਲੇ ਲੈ ਕੇ ਆਉਣੇ ਚਾਹੀਦੇ ਹਨ। ਬਾਕੀ ਫਿਲਹਾਲ ਜਿਹੜਾ ਇਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋ ਰਿਹਾ, ਸਿਰਫ ਅਜੇ ਗੱਲਾਂ ਹੀ ਹਨ। ਹੁਣ ਗੱਲ ਕਰ ਲਈਏ ਅਸੈਨੀਓ ਓਨੀਕੋ ਦੀ। ਅਸੈਨੀਓ ਓਨੀਕੋ ਜਿਹੜਾ ਹੈ ਜੀ, ਇਹਦੇ ਵਾਸਤੇ ਹੁਣ ਜਿਹੜਾ ਕੀ ਸਿਸਟਮ ਚੱਲ ਰਿਹਾ, ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਤੁਹਾਡੇ ਫੋਨ ਦੇ ਉੱਤੇ ਜਿਹੜਾ ਨੰਬਰ ਤੁਸੀਂ ਇਸ ਦੇ ਵਾਸਤੇ ਦਿੱਤਾ ਹੋਇਆ ਹੈ, ਉਸ ਨੰਬਰ ਦੇ ਉੱਤੇ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ। ਹਰ ਮਹੀਨੇ ਮੈਸੇਜ ਆਉਂਦਾ ਹੈ। ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਮੈਸੇਜ ਹੈ ਜੀ, ਤੁਹਾਡੀ ਇੱਕ ਜਿਹੜੀ ਐਪ ਹੁੰਦੀ ਹੈ ਈਓ ਐਪ, ਅਗਰ ਤੁਸੀਂ ਆਪਣੇ ਫੋਨ ਦੇ ਵਿੱਚ ਉਸ ਨੂੰ ਭਰ ਕੇ ਰੱਖਦੇ ਹੋ ਤਾਂ ਉਸ ਦੇ ਉੱਤੇ ਹੀ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ। ਉੱਤੇ ਲਿਖਿਆ ਹੁੰਦਾ ਹੈ ਇਨਸ ਪਾਗਾਮੈਂਤੀ। ਤੁਸੀਂ ਜਦੋਂ ਈਓ ਐਪ ਦੇ ਵਿੱਚ ਐਂਟਰੀ ਕਰੋਗੇ ਤਾਂ ਅੱਗੇ ਜਾ ਕੇ ਜਿਹੜਾ ਇਨਸ ਪਾਗਾਮੈਂਤੀ ਦਾ ਮੈਸੇਜ ਹੋਏਗਾ, ਤੁਸੀਂ ਇਸ ਦੇ ਵਿੱਚ ਜਾਣਾ ਹੈ। ਉਸ ਦੇ ਵਿੱਚ ਲਿਖਿਆ ਹੋਏਗਾ ਕਿ ਦਿਸ ਪੋਜ਼ੀਸ਼ਨੇ ਪਾਗਾਮੈਂਤੋ। ਉਸ ਤੋਂ ਅੱਗੇ ਲਿਖਿਆ ਹੋਏਗਾ ਕਿ ਤੀ ਕੋਮਿੰਚਿamo che abbiamo disposto un pagamento per un importo di। ਇਸ ਤੋਂ ਅੱਗੇ ਕੁਝ ਰਕਮ ਲਿਖੀ ਹੋਏਗੀ, ਹੋ ਸਕਦਾ ਕਿ 70 ਯੂਰੋ, 75, 50, 200, 150, 250, 300, ਕਿੰਨਾ ਵੀ ਹੋ ਸਕਦਾ ਇਸ ਦੇ ਅੱਗੇ। ਐਰੋ ਆ ਤੁਆ ਫਾਵੋਰੇ ਪ੍ਰੇਜ਼ੋ। ਉਸ ਤੋਂ ਅੱਗੇ ਲਿਖਿਆ ਹੋਏਗਾ ਪੋਸਟ ਇਤਲਿਆਨੇ, ਜਾਂ ਤੁਹਾਡੀ ਬਾਂਕਾ ਇੰਤੇਜ਼ਾ, ਉਨੀਕ੍ਰੈਡਿਟੋ ਜਾਂ ਬਾਂਕਾ BPM, ਕੋਈ ਵੀ ਜਿਹੜੀ ਬੈਂਕ ਹੋ ਸਕਦੀ ਹੈ ਜੀ। ਪੇਰ ਅਸੈਨੀਓ ਨਿਕੋ। ਉਸ ਤੋਂ ਅੱਗੇ ਇਸ ਤਰ੍ਹਾਂ ਲਿਖਿਆ ਹੋਏਗਾ ਪੇਰ ਅਸੈਨੀਓ ਨਿਕੋ, ਅਤੇ ਨਾਲ ਲਿਖਿਆ ਹੋਏਗਾ ਕੌਨ ਬਲੂਤਾ। ਉਸ ਤੋਂ ਅੱਗੇ ਹੋਏਗੀ ਡੇਟ। ਹੋ ਸਕਦਾ ਕਿ ਡੇਟ ਜਿਹੜੀ ਹੈ ਜੀ 17/5/2022 ਲਿਖੀ ਹੋਵੇ, ਜਾਂ 28/5/2022, ਜਾਂ 21/5/2022। ਉਸ ਤੋਂ ਅੱਗੇ ਲਿਖਿਆ ਹੋਏਗਾ ਕਿ ਪੇਰ ਅਵੇਰੇ ਮਾਜੋਰੀ ਇਨਫੋਰਮੇਸ਼ਨ ਕਲਿੱਕਾ ਸੁ ਲਿੰਕ ਸੋਤੋਸਤਾਂਤੇ ਸਕੂਜ਼ਾ ਕਲਿੱਕਾ ਕੋਈ। ਤੁਸੀਂ ਉਸ ਜਗ੍ਹਾ ਦੇ ਉੱਤੇ ਕਲਿੱਕ ਕਰਕੇ ਜਿਹੜੀ ਐਡੀਸ਼ਨਲ ਆਪਣੀ ਇਨਫੋਰਮੇਸ਼ਨ ਹੈ ਜੀ, ਤੁਸੀਂ ਉਹ ਵੀ ਲੈ ਸਕਦੇ ਹੋ। ਅਤੇ ਇਸ ਤਰ੍ਹਾਂ ਇੱਕ ਮੈਸੇਜ ਹੈ ਜੀ, ਜਿਹੜਾ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਤੁਹਾਡੇ ਜਿਹੜੇ ਪੈਸੇ ਹਨ ਸਿੱਧੇ ਅਕਾਊਂਟ ਦੇ ਵਿੱਚ ਆ ਰਹੇ ਹਨ, ਜਿਹੜਾ ਈਵੈਂਟ ਤੁਸੀਂ ਦਿੱਤਾ ਹੋਇਆ ਹੈ। ਹੁਣ ਇਸ ਅਸੈਨੀਓ ਓਨੀਕੋ ਦਾ ਕੋਈ ਵੀ ਜਿਹੜਾ ਵਾਸਤਾ ਹੈ ਜੀ ਬੂਸਤਾ ਪਾਗਾ ਦੇ ਨਾਲ ਬਿਲਕੁਲ ਨਹੀਂ ਹੈ। ਬਾਕੀ ਬਹੁਤੇ ਲੋਕਾਂ ਦੇ ਜਿਹੜੇ ਇਸ ਮਹੀਨੇ ਦੇ ਜਿਹੜੇ ਮੈਸੇਜ ਉਹ ਆ ਚੁੱਕੇ ਹਨ ਅਸੈਨੀਓ ਓਨੀਕੋ ਦੇ, ਕਈਆਂ ਦੇ 13 ਤਰੀਕ ਨੂੰ ਹੀ ਪੈਸੇ ਆ ਚੁੱਕੇ ਹਨ। ਅਤੇ ਤੁਹਾਡੇ ਜਿਹੜੇ ਪੈਸੇ ਹਨ ਜੇ ਅਜੇ ਤੱਕ ਆਏ ਹਨ ਜਾਂ ਨਹੀਂ ਹਨ, ਤੁਸੀਂ ਪਲੀਜ਼ ਆਪਣੇ ਈਓ ਐਪ ਦੇ ਵਿੱਚ ਜਾ ਕੇ ਜ਼ਰੂਰ ਦੇਖੋ, ਅਤੇ ਜਿੰਨੀ ਤਰੀਕ ਦੀ ਤੁਹਾਡੇ ਕਲਿੱਕ ਕੀਤੀ ਹੈ, ਪਲੀਜ਼ ਤੁਸੀਂ ਅਗਰ ਦੱਸ ਸਕਦੇ ਹੋ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕਦੋਂ ਦੀ ਤਰੀਕ ਮਿਲੀ ਹੈ, ਤਾਂ ਕਿ ਇਹਦੇ ਨਾਲ ਜਿਹੜੇ ਬਾਕੀ ਵੀਰ ਹਨ ਉਹਨਾਂ ਨੂੰ ਵੀ ਥੋੜ੍ਹੀ ਜਾਣਕਾਰੀ ਮਿਲ ਸਕੇ। ਕਿਉਂਕਿ ਇਟਲੀ ਵਿੱਚ ਵਸਦੇ ਸਾਰੇ ਲੋਕਾਂ ਨੂੰ ਜਿਹੜੀਆਂ ਸੇਮ ਤਰੀਕਾਂ ਨਹੀਂ ਦਿੱਤੀਆਂ ਜਾ ਰਹੀਆਂ, ਕਿਸੇ ਨੂੰ ਕੋਈ ਜ਼ਿਆਦਾ ਪਹਿਲਾਂ ਤਰੀਕ ਭੇਜੀ ਜਾ ਰਹੀ ਹੈ ਅਤੇ ਕਿਸੇ ਨੂੰ ਬਾਅਦ ਵਿੱਚ। ਬਾਕੀ ਇਟਲੀ ਦੇ ਵਿੱਚ ਜਿੱਦਾਂ ਕਿ ਮਹਿੰਗਾਈ ਵਧੀ ਹੈ, ਅਤੇ ਮਹਿੰਗਾਈ ਨੇ ਜਿਹੜਾ ਰੰਗ ਹੁਣ ਦਿਖਾਉਣਾ ਸ਼ੁਰੂ ਕਰ ਦਿੱਤਾ, ਅਤੇ ਹੁਣ ਜਿਹੜੇ ਇੱਥੋਂ ਦੇ ਲੋਕ ਹਨ ਇਹਨਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਚੁੱਕਾ ਕਿ ਮਹਿੰਗਾਈ ਜਿਹੜੀ ਹੈ ਜੀ ਉਹ ਕੀ ਚੀਜ਼ ਹੁੰਦੀ ਹੈ। ਹੁਣ ਹੋਇਆ ਇਸ ਤਰ੍ਹਾਂ ਕਿ ਜਿਹੜੇ ਬੀਚਿਸ ਵਗੈਰਾ 'ਤੇ ਲੋਕ ਹੁਣ ਗਰਮੀਆਂ ਦੇ ਵਿੱਚ ਜਾਂਦੇ ਹਨ। ਤੁਹਾਨੂੰ ਪਤਾ ਹੈ ਕਿ ਅਗਸਤ ਦਾ ਮਹੀਨਾ ਲੋਕ ਸਮੁੰਦਰਾਂ ਦੇ ਕੰਢੇ ਹੀ ਬਿਤਾਉਂਦੇ ਹਨ, ਯੂਰਪ ਦੇ ਵਿੱਚ, ਖਾਸ ਕਰ ਇਟਲੀ ਦੇ ਵਿੱਚ। ਕਿਉਂਕਿ ਇਟਲੀ ਇੱਕ ਯੂਰਪ ਦਾ ਇਹੋ ਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰਾ ਟੂਰਿਸਟ ਆਉਂਦਾ ਹੈ, ਕਿਉਂਕਿ ਸਾਰੇ ਯੂਰਪ ਦੇ ਵਿੱਚੋਂ ਇਟਲੀ ਵਿੱਚ ਜ਼ਿਆਦਾ ਗਰਮੀ ਪੈਂਦੀ ਹੈ ਗਰਮੀਆਂ ਦੇ ਵਿੱਚ। ਸੋ ਇਸ ਕਰਕੇ ਜਿਹੜਾ ਸਰਦੀਆਂ ਦੇ ਵਿੱਚ ਠੰਡ ਵੀ ਇੱਥੇ ਬਹੁਤ ਹੈ, ਅਤੇ ਇਸ ਕਰਕੇ ਯੂਰਪ ਦਾ ਇੱਕ ਵਧੀਆ ਦੇਸ਼ ਇਸ ਨੂੰ ਮੰਨਿਆ ਜਾਂਦਾ ਹੈ, ਕਿਉਂਕਿ ਲੋਕ ਇੱਥੇ ਕਾਫੀ ਗਰਮੀ ਵੀ ਪ੍ਰਾਪਤ ਕਰਦੇ ਹਨ। ਅਤੇ ਅੰਗਰੇਜ਼ ਲੋਕਾਂ ਦੇ ਵਾਸਤੇ ਜਿਹੜੀ ਗਰਮੀ ਇੱਕ ਬਹੁਤ ਵਧੀਆ ਇਹਨਾਂ ਨੂੰ ਪਸੰਦ ਹੁੰਦੀ ਹੈ। ਹੁਣ ਇਹਦੇ ਵਿੱਚ ਜਿਹੜੀ ਅੱਜ ਦੀ ਖਬਰ ਇਸ ਕਰਕੇ ਦੱਸਣੀ ਜ਼ਰੂਰੀ ਹੈ ਕਿਉਂਕਿ ਬੀਚਿਸ ਵਗੈਰਾ ਦੇ ਉੱਤੇ ਜਿਹੜੀ ਬੁਕਿੰਗ ਹੈ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਬੂਮ ਆ ਚੁੱਕਾ ਹੈ। ਲੋਕ ਹੁਣ ਕਰੋਨਾ ਦੇ ਚੱਕਰ ਦੇ ਵਿੱਚੋਂ ਤਕਰੀਬਨ ਬਾਹਰ ਨਿਕਲ ਚੁੱਕੇ ਹਨ, ਭੁੱਲ ਚੁੱਕੇ ਹਨ ਕਰੋਨਾ ਨੂੰ। ਬੇਸ਼ੱਕ ਜਿਹੜੇ ਕੇਸ ਬਹੁਤ ਜ਼ਿਆਦਾ ਆ ਰਹੇ ਹਨ। ਹੁਣ ਤੁਸੀਂ ਬੀਚਿਸ ਦੇ ਉੱਤੇ ਸਨਬੈਡਸ ਵਗੈਰਾ ਜਾਂ ਅੰਬਰੇਲਾ ਵਗੈਰਾ ਜਿਹੜੀਆਂ ਛਤਰੀਆਂ ਹੁੰਦੀਆਂ ਹਨ, ਅਗਰ ਤੁਸੀਂ ਉਹਨਾਂ ਦੀ ਬੁਕਿੰਗ ਵਗੈਰਾ ਕਰਾਉਣੀ ਹੈ, ਅਤੇ ਹੋਇਆ ਕੀ ਹੈ ਕਿ ਇਸ ਵਾਰ ਜਿਹੜਾ ਰੇਟ ਹੈ ਜੀ ਅੱਗੇ ਨਾਲੋਂ 470% ਵੱਧ ਚੁੱਕਾ ਹੈ। ਮਤਲਬ ਜੇ ਤੁਸੀਂ ਪਹਿਲਾਂ 100 ਯੂਰੋ ਪੇ ਕਰਦੇ ਸੀ ਤਾਂ ਹੁਣ ਤੁਹਾਨੂੰ 470 ਯੂਰੋ ਜਿਹੜੇ ਪੇ ਕਰਨੇ ਪੈਣਗੇ। ਬਾਕੀ ਪੂਲੀਆ ਦੇ ਵਿੱਚ ਵੀ ਜਿਹੜੀ ਸਥਿਤੀ ਹੈ ਜੀ ਇਸੇ ਤਰ੍ਹਾਂ ਚੱਲ ਰਹੀ ਹੈ। ਬਾਕੀ ਇਸੇ ਤਰ੍ਹਾਂ ਦਾ ਇੱਕ ਬੂਮ ਜਿਹੜਾ ਹੈ ਜੀ ਆਈਸਕ੍ਰੀਮ ਦੀ ਕੰਜ਼ੰਪਸ਼ਨ ਦੇ ਵਿੱਚ ਵੀ ਦੇਖਣ ਨੂੰ ਇਟਲੀ ਦੇ ਵਿੱਚ ਮਿਲਿਆ ਹੈ। ਜਿਹੜੀਆਂ ਆਈਸਕ੍ਰੀਮ ਦੀਆਂ ਸ਼ੋਪਸ ਵਗੈਰਾ ਹਨ ਉਹਨਾਂ ਦੇ ਵਿੱਚ ਕਾਰੋਬਾਰ ਬਹੁਤ ਜ਼ਿਆਦਾ ਵਧਿਆ ਹੈ।
ਕੰਜ਼ੰਪਸ਼ਨ 10% ਅੱਗੇ ਨਾਲੋਂ ਵੱਧ ਚੁੱਕੀ ਹੈ। ਤਕਰੀਬਨ 20% ਜਿਹੜੀ ਇਸ ਦੀ ਕੰਜ਼ੰਪਸ਼ਨ ਅੱਗੇ ਨਾਲੋਂ ਇਸ ਪੀਰੀਅਡ ਦੇ ਵਿੱਚ ਜ਼ਿਆਦਾ ਵਧੀ ਹੈ ਅਤੇ ਨਾਲ ਹੀ ਜਿਹੜੇ ਰੇਟ ਹਨ ਜੀ ਇਹਨਾਂ ਦੇ ਵਿੱਚ ਵੀ 10% ਦੀ ਬੜੋਤਰੀ ਹੋ ਚੁੱਕੀ ਹੈ। ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਵੀਡੀਓ ਦੇਖੀ ਧੰਨਵਾਦ। ਬਾਕੀ ਸਪਨਾ ਅਫਤਰੋ ਇੰਟਰਨੈਸ਼ਨਲ ਦੇ ਉੱਤੇ ਖਬਰ ਜਿਹੜੀ ਤੁਹਾਨੂੰ ਮਿਲਦੀ ਹੈ ਜੀ ਇਟਲੀ ਦੇ ਨਾਲ ਰਿਲੇਟਡ ਹੀ ਮਿਲਦੀ ਹੈ। ਇਹਦੇ ਵਿੱਚ ਤਕਰੀਬਨ ਜਿਹੜੀਆਂ ਬਾਹਰਲੀਆਂ ਖਬਰਾਂ ਹੁੰਦੀਆਂ ਹੋਰਨਾਂ ਦੇਸ਼ਾਂ ਦੀਆਂ ਉਹ ਆਪਾਂ ਇਸ ਦੇ ਵਿੱਚ ਐਡ ਨਹੀਂ ਕਰਦੇ। ਕੋਸ਼ਿਸ਼ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਖਬਰ ਹੈ ਜੀ ਇਟਲੀ ਦੇ ਨਾਲ ਸੰਬੰਧਿਤ ਤੁਹਾਨੂੰ ਦੱਸੀ ਜਾਵੇ। ਵੀਡੀਓ ਦੇਖੀ ਧੰਨਵਾਦ।